ਪੰਜਾਬੀ ਸਟੱਡੀ ਪੁਆਇੰਟ 60 ਵੇਖ ਰਹੇ ਸਾਰੇ ਹੀ ਵਿਊਅਰਸ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਅਗਲੀ ਵੀਡੀਓ ਹੈ ਸਾਡੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਦਰਜ ਪਾਠਾਂ ਦੇ ਨਾਲ ਸੰਬੰਧਿਤ ਵਸਤੂਨਿਸ਼ਟ ਪ੍ਰਸ਼ਨਾਂ ਦੀ ਦੁਹਰਾਈ ਫਟਾਫਟ ਰਿਵੀਜ਼ਨ ਦੇ ਪਰਪਸ ਤੋਂ। ਹੁਣ ਆਪਾਂ ਇਹਦੇ ਵਿੱਚ ਪੇਪਰ ਦੇ ਹਿਸਾਬ ਨਾਲ ਜਿਹੜੇ ਹੈਗੇ ਨੇ ਪ੍ਰਸ਼ਨ ਡਿਸਕਸ ਕਰਾਂਗੇ ਕਿ ਜਿਹੜਾ ਪ੍ਰਸ਼ਨ ਨੰਬਰ ਪਹਿਲਾ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਕਿ ਇਸ ਵਿੱਚ 5 ਨੰਬਰ ਤੁਹਾਡੇ ਸੁੰਦਰ ਲਿਖਾਈ ਦੇ ਹੁੰਦੇ ਨੇ ਅਤੇ ਦੂਸਰਾ ਪ੍ਰਸ਼ਨ ਹੈ ਜਿਹੜਾ ਉਹਦੇ ਵਿੱਚ ਵਸਤੂਨਿਸ਼ਟ ਪ੍ਰਸ਼ਨ ਹੁੰਦੇ ਨੇ ਅਤੇ ਹਰੇਕ ਵਸਤੂਨਿਸ਼ਟ ਪ੍ਰਸ਼ਨ ਦੇ 2 ਨੰਬਰ ਹੁੰਦੇ ਨੇ ਅਤੇ ਇਹ ਸਾਰੇ ਜਿਹੜੇ ਹੈਗੇ ਨੇ ਸਾਰੇ ਹੀ ਪਾਠਾਂ ਦੇ ਵਿੱਚੋਂ ਹੁੰਦੇ ਨੇ ਅਤੇ ਆਪਾਂ ਸਾਰੇ ਪਾਠਾਂ ਦੇ ਵਸਤੂਨਿਸ਼ਟ ਪ੍ਰਸ਼ਨ ਦੁਹਰਾ ਰਹੇ ਹੈਗੇ ਹਾਂ। ਤਾਂ ਪਹਿਲਾ ਪਾਠ ਹੈ ਪੰਜਾਬੀ ਸੱਭਿਆਚਾਰ, ਜਿਸ ਨੂੰ ਡਾਕਟਰ ਵਰਿੰਦਰ ਕੌਰ ਨੇ ਲਿਖਿਆ ਹੈਗਾ ਅਤੇ ਰਿਗਵੇਦ ਦੀ ਰਚਨਾ ਦੇ ਨਾਲ ਨਾਲ ਕਿਹੜੇ ਨਿਯਮਬੱਧ ਵਿਆਕਰਨਕ ਗ੍ਰੰਥ ਦੀ ਰਚਨਾ ਇਸ ਧਰਤੀ 'ਤੇ ਹੋਈ? ਤਾਂ ਦਾ ਉੱਤਰ ਕੀ ਹੈ? ਪਾਣਨੀ ਦੇ ਵਿਆਕਰਨ ਗ੍ਰੰਥ ਦੀ। ਪੰਜਾਬੀ ਸੱਭਿਆਚਾਰ ਲੇਖ ਦੇ ਲੇਖਕ ਦਾ ਨਾਮ ਦੱਸੋ? ਡਾਕਟਰ ਵਰਿੰਦਰ ਕੌਰ। ਅਗਲਾ ਪ੍ਰਸ਼ਨ, ਜਿੱਥੇ ਪੰਜਾਬੀ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ ਉੱਥੇ ਇਸ ਦਾ ਅਧਿਐਨ ਕਰਦੇ ਸਮੇਂ ਅਸੀਂ ਕੀ ਮਹਿਸੂਸ ਕਰਦੇ ਹਾਂ? ਉੱਤਰ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਸੱਭਿਆਚਾਰ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਹੈ। ਅਗਲਾ ਪ੍ਰਸ਼ਨ, ਸੱਭਿਆਚਾਰ ਕਿਹੜੇ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ? ਸੱਭਿਆਚਾਰ ਸੱਭਿਆ ਅਤੇ ਆਚਾਰ 2 ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ਅਗਲਾ ਪ੍ਰਸ਼ਨ, ਅਣਵੰਡੇ ਪੰਜਾਬ ਵਿਚਲੇ 5 ਦਰਿਆਵਾਂ ਵਿੱਚੋਂ ਅਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹਿ ਗਏ ਹਨ? ਉੱਤਰ ਹੈ ਅਜੋਕੇ ਪੰਜਾਬ ਵਿੱਚ 2.5 ਕੁ ਦਰਿਆ ਰਹਿ ਗਏ ਹਨ। ਅਗਲਾ ਪ੍ਰਸ਼ਨ, ਭਾਰਤ ਅਤੇ ਪਾਕਿਸਤਾਨ ਦੀ ਵੰਡ ਕਦੋਂ ਹੋਈ? ਉੱਤਰ ਹੈ 1947 ਵਿੱਚ। ਅਗਲਾ ਪ੍ਰਸ਼ਨ ਹੈ ਹਰਿਆਣਾ ਅਤੇ ਹਿਮਾਚਲ ਕਦੋਂ ਹੋਂਦ ਵਿੱਚ ਆਏ? ਇਹਦਾ ਉੱਤਰ ਹੈ 1 ਨਵੰਬਰ 1966 ਨੂੰ। ਅਗਲਾ ਪ੍ਰਸ਼ਨ, ਸੱਭਿਆਚਾਰ ਜਿਹੜਾ ਹੈ ਅਸੀਂ ਹੁਣ ਖਾਲੀ ਸਥਾਨ ਨੇ ਇਹਦੇ ਵਿੱਚ ਤਾਂ ਇਹ ਆਪਾਂ ਭਰਨੇ ਹੈਗੇ ਨੇ। ਸੱਭਿਆਚਾਰ ਨਿਸ਼ਚੇ ਹੀ ਉਸ ਡੈਸ਼ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮੰਨਤਾਂ, ਰਹਿਣ ਸਹਿਣ, ਕਦਰਾਂ ਕੀਮਤਾਂ, ਡੈਸ਼, ਪਹਿਰਾਵੇ, ਬੋਲੀ ਅਤੇ ਤਿੱਥ ਤਿਉਹਾਰਾਂ ਦਾ ਜਿਹੜਾ ਹੈ ਡੈਸ਼ ਹੈ। ਤਾਂ ਇਹਦੇ ਵਿੱਚ ਕੀ ਹੈ? ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ, ਪਹਿਲੇ ਦੇ ਵਿੱਚ ਕੀ ਭਰਾਂਗੇ? ਕੌਮ, ਅਤੇ ਦੂਸਰੇ ਦੇ ਵਿੱਚ ਆਪਾਂ ਭਰਾਂਗੇ ਰੀਤੀ ਰਿਵਾਜਾਂ, ਅਤੇ ਇਸ ਤੋਂ ਬਾਅਦ ਤਿੱਥ ਤਿਉਹਾਰਾਂ ਦਾ ਸੁਮੇਲ ਹੈ। ਅਗਲੇ ਲਾਸਟ ਦੇ ਵਿੱਚ ਆਪਾਂ ਸੁਮੇਲ ਸ਼ਬਦ ਭਰਾਂਗੇ। ਅਗਲਾ ਜਿਹੜਾ ਪ੍ਰਸ਼ਨ ਹੈ, ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ਹੈ? ਉੱਤਰ ਹੈ ਰਿਗਵੇਦ ਦੀ। ਅਗਲਾ ਪ੍ਰਸ਼ਨ, ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਸੀ? ਸਪਤ ਸਿੰਧੂ ਦੇ ਨਾਂ ਦੇ ਨਾਲ। ਦੂਸਰਾ ਪਾਠ ਹੈ ਸਾਡਾ ਪੰਜਾਬ ਦੇ ਮੇਲੇ ਅਤੇ ਤਿਉਹਾਰ, ਡਾਕਟਰ SS ਬਣਜਾਰਾ ਵੇਦੀ ਜੀ ਨੇ ਲਿਖਿਆ ਹੈਗਾ। ਪ੍ਰਸ਼ਨ ਹੈ, ਗੁਰੂ ਜੀ ਨੇ ਖਿਦਰਾਣੇ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਕੀ ਕਹਿ ਕੇ ਸਨਮਾਨਿਆ ਸੀ? ਉੱਤਰ ਹੈ ਮੁਕਤੇ। ਅਗਲਾ ਪ੍ਰਸ਼ਨ, ਪੰਜਾਬੀਆਂ ਦੇ ਦਿਲਾਂ ਵਿੱਚ ਪੀਰਾਂ ਫਕੀਰਾਂ ਲਈ ਡੈਸ਼ ਸ਼ਰਧਾ ਭਰੀ ਪਈ ਹੈ? ਉੱਤਰ ਕੀ ਹੈ? ਅਥਾਹ। ਗੁਰੂ ਜੀ ਨੇ ਕਿਸ ਦੀ ਬੇਨਤੀ ਉੱਤੇ ਬੇਦਾਵਾ ਪਾੜ ਦਿੱਤਾ? ਜਥੇਦਾਰ ਮਹਾਂ ਸਿੰਘ ਦੀ ਬੇਨਤੀ ਉੱਤੇ। ਪੰਜਾਬ ਡੈਸ਼ ਦੀ ਇਲਾਹੀ ਧਰਤੀ ਹੈ? ਇੱਥੇ ਕੀ ਲਿਖਣਾ ਸੀ? ਗੁਰੂਆਂ ਪੀਰਾਂ ਦੀ। ਅਗਲਾ ਪ੍ਰਸ਼ਨ, ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਗੁੱਗੇ ਦੀ ਯਾਦ ਵਿੱਚ। ਅਗਲਾ ਪ੍ਰਸ਼ਨ ਹੈ, ਮਿੰਜੋ ਤੜੋ ਅਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ? ਇਸ ਦਾ ਉੱਤਰ ਹੈ ਦੇਵੀ ਮਾਤਾ ਦੀ। ਅਗਲਾ ਪ੍ਰਸ਼ਨ ਹੈ, ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲੱਗਦਾ ਹੈ? ਇੱਕ ਟੋਬੇ ਦੁਆਲੇ ਅਤੇ ਸ਼ੀਤਲਾ ਮਾਤਾ ਨੂੰ ਪਤਿਆਉਣ ਲਈ ਲੱਗਦਾ ਹੈ ਅਤੇ ਇਹ ਮੇਲਾ ਲੱਗਦਾ ਕਿੱਥੇ ਹੈ? ਜਰਗ ਪਿੰਡ ਦੇ ਵਿੱਚ। ਅਗਲਾ ਪ੍ਰਸ਼ਨ, ਇਸ ਮੇਲੇ ਦਾ ਨਾਂ ਡੈਸ਼ ਇਸ ਲਈ ਪਿਆ ਕਿ ਮੇਲੇ ਦੇ ਦਿਨੀ ਡੈਸ਼ ਦੀ ਕਬਰ ਉੱਤੇ ਅਨੇਕਾਂ ਡੈਸ਼ ਵਾਲੇ ਜਾਂਦੇ ਹੈਗੇ ਨੇ। ਹੁਣ ਇਹ ਰੌਸ਼ਨੀ ਦੇ ਮੇਲੇ ਦੀ ਗੱਲ ਕਰਦੇ ਨੇ ਅਤੇ ਇਸ ਮੇਲੇ ਦਾ ਨਾਂ ਰੌਸ਼ਨੀ ਇਸ ਕਰਕੇ ਪਿਆ ਕਿ ਮੇਲੇ ਦੇ ਦਿਨੀ ਪੀਰ ਦੀ ਕਬਰ ਉੱਤੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ। ਅਗਲਾ ਪ੍ਰਸ਼ਨ ਹੈ, ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦਲ ਬਣਾ ਕੇ ਕੀ ਕਰਵਾਉਂਦੇ ਸਨ? ਸ਼ਸਤਰਾਂ ਦੇ ਕਰਤੱਵ ਜਾਂ ਮਨਸੂਈ ਜਿਹੜੀਆਂ ਲੜਾਈਆਂ ਕਰਾਉਂਦੇ ਸੀਗੇ। ਅਗਲਾ ਪ੍ਰਸ਼ਨ ਹੈ, ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਨਾਲ ਹੋਰ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ? ਦਾ ਉੱਤਰ ਕੀ ਹੈ?
ਸੱਭਿਆਚਾਰ ਦੀ। ਅਗਲਾ ਪ੍ਰਸ਼ਨ ਹੈ ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ? ਉੱਤਰ ਹੈ ਇਸ਼ਨਾਨ ਕਰਦੀਆਂ ਹਨ। ਰੁੱਤ ਦਾ ਸਵਾਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾਂ ਭੁੰਨ ਕੇ ਕਿਹੜੇ ਮਹੀਨੇ ਵਿੱਚ ਖਾਧੀਆਂ ਜਾਂਦੀਆਂ ਹਨ? ਦੋ ਆਪਸ਼ਨਸ ਨੇ, ਚੇਤਰ ਜਾਂ ਅੱਸੂ। ਤਾਂ ਆਨਸਰ ਕੀ ਹੈ? ਚੇਤਰ ਦੇ ਮਹੀਨੇ ਦੇ ਵਿੱਚ। ਅਗਲਾ ਤੀਸਰਾ ਪਾਠ ਹੈ ਸਾਡਾ ਪੰਜਾਬ ਦੇ ਰਸਮ ਰਿਵਾਜ, ਜਿਸ ਨੂੰ ਗੁਲਜ਼ਾਰ ਸਿੰਘ ਸੰਧੂ ਜੀ ਨੇ ਲਿਖਿਆ ਹੈਗਾ। ਪ੍ਰਸ਼ਨ ਪਹਿਲਾ ਹੈ ਮੁੱਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰੁਝਾਉਂਦਾ ਸੀ? ਦੈਵੀ ਤਾਕਤਾਂ ਦੇ ਭੈ ਜਾਂ ਡਰ ਕਰਕੇ। ਦੂਸਰਾ ਪ੍ਰਸ਼ਨ ਪੰਜਾਬ ਦੇ ਰਸਮ ਰਿਵਾਜਾਂ ਦੀ ਸਾਂਭ ਸੰਭਾਲ ਦਾ ਵਰਣਨ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ? ਕਿਉਂਕਿ ਬਹੁਤੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਅਲੋਪ ਹੋ ਰਹੇ ਨੇ। ਅਗਲਾ ਪ੍ਰਸ਼ਨ ਕੌਣ ਬੰਬੀਹਾ ਬੁਲਾਉਂਦਾ ਹੋਇਆ ਪਿੰਡ ਦੀ ਜੂਹ ਵਿੱਚ ਵੜਦਾ ਹੈ? ਇਹਦਾ ਉੱਤਰ ਕੀ ਹੈ? ਨਾਨਕਾ ਮੇਲੇ, ਵਿਆਹ ਦੀਆਂ ਰਸਮਾਂ ਦੀ ਗੱਲ ਕਰ ਰਿਹਾ। ਅਗਲਾ ਪ੍ਰਸ਼ਨ ਪੰਜਾਬ ਦੇ ਰਸਮ ਰਿਵਾਜ ਦੇ ਆਧਾਰ 'ਤੇ ਦੱਸੋ ਕਿ ਜੀਵਨ ਨਾਟਕ ਦੀਆਂ ਝਾਕੀਆਂ ਦੇ ਰੰਗਮੰਚ ਆਮ ਤੌਰ 'ਤੇ ਕਿਹੜੇ ਹੁੰਦੇ ਹਨ? ਉੱਤਰ ਹੈ ਸਾਡੇ ਘਰਾਂ ਦੇ ਵਿਹੜੇ। ਅਗਲਾ ਪ੍ਰਸ਼ਨ ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਅਤੇ ਬੰਨੜੀ ਦੋਹਾਂ ਲਈ ਕੀਤੀ ਜਾਂਦੀ? ਬੰਨਣਾ ਅਤੇ ਬੰਨੜੀ ਦਾ ਮਤਲਬ ਵਿਆਹ ਵਾਲਾ ਮੁੰਡਾ ਅਤੇ ਵਿਆਹ ਵਾਲੀ ਕੁੜੀ। ਤਾਂ ਇਹਦਾ ਉੱਤਰ ਕੀ ਹੈ? ਬਟਣੇ ਜਾਂ ਮਾਈਏ ਦੀ। ਅਗਲਾ ਪ੍ਰਸ਼ਨ ਮੁਸਲਮਾਨ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ? ਉੱਤਰ ਹੈ ਦਫਨਾਉਣ ਦੀ। ਅਗਲਾ ਪ੍ਰਸ਼ਨ ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ? ਉੱਤਰ ਹੈ ਗੁੜਤੀ ਦੀ ਰਸਮ ਅਤੇ ਪੰਜਵੀਂ ਨਹਾਉਣ ਦੀ ਰਸਮ। ਮਤਲਬ ਆਪਾਂ ਇਹਨਾਂ ਵਿੱਚ ਲਿਖ ਕੇ ਕੋਈ ਵੀ ਸਕਦੇ ਹੈਗੇ ਆ, ਮਤਲਬ ਛਟੀ ਦੀ ਰਸਮ ਲਿਖ ਸਕਦੇ ਹਾਂ, ਹੋਰ ਕਈ ਤਰ੍ਹਾਂ ਦੀਆਂ ਹੈਗੀਆਂ ਨੇ। ਤਾਂ ਆਪਾਂ ਚਲੋ ਇਹਦੇ ਵਿੱਚ ਆਪਾਂ ਗੁੜਤੀ ਦੀ ਰਸਮ ਅਤੇ ਪੰਜਵੀਂ ਨਹਾਉਣ ਦੀ ਰਸਮ ਲਿਖ ਸਕਦੇ ਹੈਗੇ। ਅਗਲਾ ਪ੍ਰਸ਼ਨ ਹੈ ਸ਼ਗਨ ਪਵਾਉਣ ਵਾਲੀ ਕੁੜੀ ਲਈ ਲਾਲ ਪ੍ਰੰਤ ਦੀ ਕਿਸ ਚੀਜ਼ ਦੀ ਨਿਸ਼ਾਨੀ ਬੰਨ੍ਹੀ ਜਾਂਦੀ ਸੀ? ਉਸ ਦੀ ਸਗਾਈ ਦੀ। ਅਗਲਾ ਪ੍ਰਸ਼ਨ ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ? ਉੱਤਰ ਹੈ ਦਸਤਾਰਬੰਦੀ ਦੀ। ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ? ਤੀਜੇ ਤੋਂ ਪੰਜਵੇਂ ਸਾਲ ਵਿੱਚ। ਅਗਲਾ ਪ੍ਰਸ਼ਨ ਹੈ ਮੁੰਡੇ ਕੁੜੀ ਦੇ ਜਵਾਨ ਹੋਣ 'ਤੇ ਵਿਆਹ ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ? ਰੋਕਣ ਜਾਂ ਠਾਕਣ ਦੀ। ਅਗਲਾ ਪ੍ਰਸ਼ਨ ਹੈ ਅੱਜ ਕੱਲ੍ਹ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਰਕੇ ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ? ਇਹਦਾ ਉੱਤਰ ਕੀ ਹੈ? ਸਤਿਕਾਰਯੋਗ ਸਥਾਨ ਬਣ ਗਿਆ ਹੈ। ਅਗਲਾ ਪ੍ਰਸ਼ਨ ਪਾਠ ਹੈ ਸਾਡਾ ਪੰਜਾਬ ਦੀਆਂ ਲੋਕ ਖੇਡਾਂ, ਜਿਸ ਨੂੰ ਸੁਖਦੇਵ ਮਾਦਪੁਰੀ ਜੀ ਨੇ ਲਿਖਿਆ ਹੈਗਾ। ਅਤੇ ਪਹਿਲਾ ਪ੍ਰਸ਼ਨ ਹੈ ਮੁੰਡੇ ਅਤੇ ਕੁੜੀਆਂ ਦੀ ਹਰਮਨ ਪਿਆਰੀ ਖੇਡ ਕਿਹੜੀ ਹੈ? ਸ਼ੱਕਰ ਭਿੱਜੀ। ਅਗਲਾ ਪ੍ਰਸ਼ਨ ਹੈ ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਮੁੰਡੇ ਅਤੇ ਕੁੜੀਆਂ ਸਿਆਲ ਦੀ ਰੁੱਤ ਵਿੱਚ ਕਿਹੜੀਆਂ ਖੇਡ ਖੇਡਦੇ ਨੇ? ਉੱਤਰ ਹੈ ਬਾਂਦਰ ਕੀਲਾ। ਅਗਲਾ ਪ੍ਰਸ਼ਨ ਹੈ ਪੰਜਾਬੀਆਂ ਦੀ ਕਬੱਡੀ ਖੇਡ ਜਿਸ ਰਾਹੀਂ ਪੰਜਾਬੀਆਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ ਨੂੰ ਕਿਹੜੇ ਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ? ਇਹਦਾ ਉੱਤਰ ਕੀ ਹੈ? ਪੰਜਾਬੀਆਂ ਦੀ ਰਾਸ਼ਟਰੀ ਖੇਡ ਨਾਲ। ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਦਾ ਨਾਂ ਲਿਖੋ। ਸੌਂਚੀ ਪੱਕੀ। ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਪੰਜਾਬੀਆਂ ਦਾ ਸੁਭਾਅ, ਰਹਿਣ ਸਹਿਣ, ਖਾਣ ਪੀਣ ਅਤੇ ਨੈਤਿਕ ਕਦਰਾਂ ਕੀਮਤਾਂ ਕਿਸ ਵਿੱਚੋਂ ਝਲਕਦੀਆਂ ਹਨ? ਉੱਤਰ ਕੀ ਹੈ? ਲੋਕ ਖੇਡਾਂ ਵਿੱਚੋਂ। ਅਗਲਾ ਪ੍ਰਸ਼ਨ ਉੱਕੜ ਦੁੱਕੜ ਭੰਬਾ ਪਾਓ 80 90 ਪੂਰਾ 100। ਆਪਾਂ ਹੁਣ ਇਸ ਨੂੰ ਪੂਰਾ ਕਰਨਾ ਹੈਗਾ ਕਿ ਦੋ ਲਾਈਨਾਂ ਰਹਿੰਦੀਆਂ ਨੇ। ਤਾਂ ਲਾਸਟ ਵਿੱਚ ਖੋਟੇ ਦੀ ਵਡਿਆਈ ਬੇਬੇ ਦੌੜੀ ਦੌੜੀ ਆਈ। ਤਾਂ ਇਹ ਜਿਹੜਾ ਹੈਗਾ ਇੱਥੇ ਕਹਿੰਦੇ ਇਸ ਉਹਦੇ ਵਿੱਚ ਆਪਾਂ ਨੇ ਉਹਨੂੰ ਪੁੱਛਦਾ ਹੈ ਵੀ ਇਹ ਕਾਹਦੇ ਲਈ ਜਿਹੜੇ ਹੈਗੇ ਨੇ ਉਪਰੋਕਤ ਗੀਤ ਬੱਚੇ ਕਦੋਂ ਗਾਉਂਦੇ ਨੇ? ਉੱਤਰ ਕੀ ਹੈ? ਆੜੀ ਮੜੱਕਣ ਸਮੇਂ ਜਾਂ ਆੜੀਆਂ ਨੂੰ ਚੁਣਨ ਸਮੇਂ। ਅਗਲਾ ਹੈ ਪ੍ਰਸ਼ਨ ਪੰਜਾਬ ਦੀਆਂ ਲੋਕ ਖੇਡਾਂ ਦੇ ਆਧਾਰ 'ਤੇ ਦੱਸੋ ਕਿ ਲੋਕ ਖੇਡਾਂ ਪੰਜਾਬੀ ਲੋਕ ਜੀਵਨ ਦਾ ਕੀ ਰਹੀਆਂ ਹਨ? ਇਹਦਾ ਉੱਤਰ ਕੀ ਹੈ? ਅਨਿੱਖੜਵਾਂ ਅੰਗ। ਅਗਲਾ ਪਾਠ ਹੈ ਸਾਡਾ ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਪਾਠ ਹੈਗਾ, ਅਤੇ ਇਸ ਨੂੰ ਕਿਰਪਾਲ ਕਜ਼ਾਕ ਜੀ ਨੇ ਲਿਖਿਆ ਹੈਗਾ। ਅਤੇ ਪਹਿਲਾ ਪ੍ਰਸ਼ਨ ਹੈ ਵਿਆਹ ਵਿੱਚ ਫੇਰਿਆਂ ਸਮੇਂ ਲਾੜੀ ਸਿਰ ਉੱਪਰ ਕਿਹੜਾ ਕੱਪੜਾ ਲੈਂਦੀ ਹੈ? ਇਹਦਾ ਉੱਤਰ ਕੀ ਹੈ? ਸੁੱਬਰ। ਸੁੱਬਰ ਮਤਲਬ ਲਾਲ ਰੰਗ ਦੀ ਫੁਲਕਾਰੀ ਨੂੰ ਕਹਿੰਦੇ ਨੇ। ਅਗਲਾ ਪ੍ਰਸ਼ਨ ਹੈ ਕਾਗਜ਼ ਜਾਂ ਗੱਤਾ ਰਲਾ ਕੇ ਬਣਾਏ ਬੋਈਏ ਅਤੇ ਗੋਟੇ ਕਿਹੜੀ ਮਿੱਟੀ ਤੋਂ ਬਣਾਏ ਜਾਂਦੇ ਹਨ? ਉੱਤਰ ਹੈ ਪਾਂਡੋ ਮਿੱਟੀ ਜਾਂ ਚੀਕਣੀ ਮਿੱਟੀ ਤੋਂ। ਅਗਲਾ ਪ੍ਰਸ਼ਨ ਇਸਤਰੀਆਂ ਸ਼ਤੀਰਾਂ ਕੜੀਆਂ ਥੱਲੇ ਕੰਧਾਂ ਉੱਤੇ ਨੀਲ ਸ਼ਿੰਗਰਫ ਪੀਲੀ ਮਿੱਟੀ ਕਾਲਖ ਜਾਂ ਖਿਰਮਚੀ ਦੇ ਨਾਲ ਕੀ ਵਾਉਂਦੀਆਂ ਹਨ? ਇਹਦਾ ਉੱਤਰ ਕੀ ਹੈ? ਕਈ ਤਰ੍ਹਾਂ ਦੇ ਨਮੂਨੇ ਜਾਂ ਡਿਜ਼ਾਈਨ। ਅਗਲਾ ਪ੍ਰਸ਼ਨ ਹੈ ਪੰਜਾਬ ਦੀਆਂ ਲੋਕ ਕਲਾਵਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਕਿੱਥੋਂ ਪ੍ਰਾਪਤ ਕੀਤੀ ਜਾਂਦੀ ਹੈ? ਚੌਗਿਰਦੇ ਵਿੱਚੋਂ। ਅਗਲਾ ਪ੍ਰਸ਼ਨ ਹੈ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੁਹਜ, ਸਾਦਗੀ ਅਤੇ ਕਲਾਤਮਕ ਗੁਣਾਂ ਕਰਕੇ ਕਿਸ ਕਲਾ ਦਾ ਜਨਮ ਹੋਇਆ? ਲੋਕ ਕਲਾ ਦਾ। ਸ਼ਾਸਤਰੀ ਕਲਾ ਦੇ ਨਿਯਮ ਕਿਹੋ ਜਿਹੇ ਹੁੰਦੇ ਨੇ? ਬੱਝਵੇਂ। ਫੁਲਕਾਰੀ ਕਢਾਈ ਦੀਆਂ ਸਾਰੀਆਂ ਵੰਨਗੀਆਂ ਹੀ ਡੈਸ਼ ਦੇ ਕੱਪੜੇ ਨਾਲ ਸੰਬੰਧ ਰੱਖਦੀਆਂ ਨੇ। ਉੱਤਰ ਕੀ ਹੈ? ਖੱਦਰ। ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ ਲੇਖ ਦਾ ਲੇਖਕ ਕੌਣ ਹੈ? ਕਿਰਪਾਲ ਕਜ਼ਾਕ। ਅਗਲਾ ਪ੍ਰਸ਼ਨ ਹੈ
ਸੰਸਕ੍ਰਿਤ ਵਿੱਚ ਹੱਥ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਕਰ। ਲੋਕ ਕਿੱਤਾ ਕਿਸ ਨੂੰ ਕਿਹਾ ਜਾਂਦਾ ਹੈ? ਪਿਤਾ ਪੁਰਖੀ ਕੰਮ ਨੂੰ। ਕਿਰਪਾਲ ਕਜ਼ਾਕ ਦਾ ਲਿਖਿਆ ਲੇਖ ਕਿਹੜਾ ਹੈ? ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ। ਅਗਲਾ ਪ੍ਰਸ਼ਨ, ਕਿਹੜੇ ਕਿੱਤਿਆਂ ਦੀ ਮੁਹਾਰਤ ਕਾਰਨ ਸਮਾਜ ਦਾ ਵਿਕਾਸ ਸੰਭਵ ਹੋ ਸਕਿਆ ਹੈ? ਉੱਤਰ ਹੈ ਲੋਕ ਕਿੱਤਿਆਂ ਕਰਕੇ। ਅਗਲਾ ਪ੍ਰਸ਼ਨ ਹੈ, ਘੜਾ, ਝਾਟੀ, ਬਲਣੀ, ਕੁੱਜਾ, ਦੀਵਾ, ਚੱਪਣ, ਮੱਟ, ਵਲਟੋਹੀ ਆਦਿ ਵਸਤੂਆਂ ਕੌਣ ਬਣਾਉਂਦਾ ਹੈ? ਇਹਦਾ ਉੱਤਰ ਹੈ ਘੁਮਿਆਰ, ਕਿਉਂਕਿ ਇਹ ਮਿੱਟੀ ਦੇ ਬਣੇ ਹੁੰਦੇ ਨੇ ਅਤੇ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰਦਾ ਹੈ। ਅਗਲਾ ਪ੍ਰਸ਼ਨ ਹੈ ਸਾਡਾ, ਸਰੋਂ, ਤਾਰਾ, ਮੀਰਾ, ਵੜੇਵੇਂ ਆਦਿ ਬੀਜਾਂ ਵਿੱਚੋਂ ਕੀ ਨਿਕਲਦਾ ਹੈ? ਤੇਲ। ਬਾਗ ਅਤੇ ਫੁਲਕਾਰੀ ਦੀ ਕਢਾਈ ਕਿਸ ਕੱਪੜੇ ਉੱਤੇ ਕੀਤੀ ਜਾਂਦੀ ਹੈ? ਖੱਦਰ ਦੇ ਕੱਪੜੇ ਉੱਤੇ। ਅਗਲਾ ਪਾਠ ਹੈ ਸਾਡਾ ਪੰਜਾਬ ਦੇ ਲੋਕ ਨਾਚ, ਜਿਸ ਨੂੰ ਡਾਕਟਰ ਜਗੀਰ ਸਿੰਘ ਨੂਰ ਨੇ ਲਿਖਿਆ ਹੈ। ਤਾਂ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਕਿਹੜੇ ਦੋ ਪੱਧਰਾਂ 'ਤੇ ਕੀਤਾ ਜਾ ਸਕਦਾ ਹੈ? ਉੱਤਰ ਹੈ ਇਸਤਰੀਆਂ ਅਤੇ ਮਰਦਾਂ ਦੇ ਲੋਕ ਨਾਚ। ਇਸਤਰੀਆਂ ਦੇ ਲੋਕ ਨਾਚਾਂ ਦੇ ਨਾਂ ਲਿਖਣੇ ਨੇ, ਗਿੱਧਾ, ਸੰਮੀ, ਕਿੱਕਲੀ, ਹੁੱਲੇ ਹੁਲਾਰੇ। ਅਗਲਾ ਪ੍ਰਸ਼ਨ ਹੈ, ਸੰਮੀ ਮੇਰੀ ਬਣ, ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ, ਸੰਮੀ ਮੇਰੀ ਬਣ, ਖਾਵਣ ਵਾਲੇ ਖਾ ਗਏ ਬਣ ਸੰਮੀਆਂ। ਉਪਰੋਕਤ ਗੀਤ ਕਿਸ ਲੋਕ ਨਾਚ ਦੀਆਂ ਸਤਰਾਂ ਹਨ? ਹੁਣ ਜਿਸ ਲਾਈਨ ਦੇ ਵਿੱਚ ਦੇਖੋ ਸੰਮੀ ਆ ਗਿਆ ਤਾਂ ਇਹਦਾ ਮਤਲਬ ਕੀ ਹੈ? ਸੰਮੀ ਲੋਕ ਨਾਚ ਦੀਆਂ ਸਤਰਾਂ ਹਨ। ਪੰਜਾਬ ਵਿੱਚ 5000 ਪੂਰਵੀ ਈਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ? ਉੱਤਰ ਕੀ ਹੈ? ਲੋਕ ਨਾਚ। ਪੰਜਾਬ ਦੇ ਲੋਕ ਨਾਚ ਲੇਖ ਦਾ ਲੇਖਕ ਕੌਣ ਹੈ? ਡਾਕਟਰ ਜਗੀਰ ਸਿੰਘ ਨੂਰ। ਪੰਜਾਬ ਦਾ ਸਰਤਾਜ ਲੋਕ ਨਾਚ ਕਿਹੜਾ ਹੈ? ਗਿੱਧਾ। ਸੂਫੀਆਂ ਸੰਤਾਂ ਦੇ ਡੇਰਿਆਂ ਉੱਤੇ ਕਿਹੜਾ ਨਾਚ ਨੱਚਿਆ ਜਾਂਦਾ ਰਿਹਾ ਹੈ? ਉੱਤਰ ਹੈ ਧਮਾਲ। ਪੰਜਾਬ ਦੇ ਲੋਕ ਨਾਚ ਕਿਸ ਪ੍ਰਕਾਰ ਦੀ ਕਲਾ ਹਨ? ਇੱਕ ਪ੍ਰਕਾਰ ਦੀ ਲੋਕ ਕਲਾ। ਛੋਟੀਆਂ ਕੁੜੀਆਂ ਦਾ ਨਾਚ ਕਿਹੜਾ ਹੈ? ਕਿੱਕਲੀ। ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਤਾਲ ਉੱਤੇ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ? ਉੱਤਰ ਹੈ ਢੋਲ। ਪੱਛਮੀ ਪੰਜਾਬ ਵਿੱਚ ਕਿਹੜਾ ਲੋਕ ਨਾਚ ਮਰਦਾਂ ਅਤੇ ਔਰਤਾਂ ਦੋਹਾਂ ਵੱਲੋਂ ਨੱਚਿਆ ਜਾਂਦਾ ਸੀ? ਇਹਦਾ ਉੱਤਰ ਹੈ ਲੁੱਡੀ। ਮਰਦਾਂ ਦੇ ਲੋਕ ਨਾਚਾਂ ਦੇ ਨਾਂ ਦੱਸਣੇ ਨੇ, ਭੰਗੜਾ, ਝੂਮਰ, ਮਾਲਵੇ ਦਾ ਮਰਦਾਂ ਦਾ ਗਿੱਧਾ ਅਤੇ ਧਮਾਲ। ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ? ਇਹਦਾ ਉੱਤਰ ਹੈ ਲੁੱਡੀ। ਗਿੱਧੇ ਨੂੰ ਪੰਜਾਬ ਦਾ ਸਰਤਾਜ ਡੈਸ਼ ਮੰਨਿਆ ਜਾਂਦਾ ਹੈ? ਕੀ ਹੈ? ਲੋਕ ਨਾਚ। ਉਹ ਕਿਹੜਾ ਲੋਕ ਸਾਜ਼ ਹੈ ਜਿਸ ਦੀ ਜਿਹੜੀ ਸਰਲ ਤਾਲ 'ਤੇ ਲੋਕ ਨਾਚ ਭੰਗੜਾ ਨੱਚਿਆ ਜਾਂਦਾ ਹੈ? ਇਹ ਹੈ ਢੋਲ। ਭੰਗੜੇ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ? ਨਚਾਰ ਜਾਂ ਢੋਲਚੀ ਜਾਂ ਲਾਕੜੀ। ਅਗਲਾ ਜੋ ਸਾਡਾ ਪਾਠ ਹੈ ਉਹ ਹੈ ਪੰਜਾਬ ਦੀਆਂ ਨਕਲਾਂ, ਜਿਸ ਨੂੰ ਪਿਆਰਾ ਸਿੰਘ ਖੁੰਡਾ ਜੀ ਨੇ ਲਿਖਿਆ ਹੈ। ਪਹਿਲਾ ਪ੍ਰਸ਼ਨ ਹੈ, ਬਿਗਲਾ ਨਕਲਾਂ ਦਾ ਕਿਹੋ ਜਿਹਾ ਅਦਾਕਾਰ ਹੁੰਦਾ ਹੈ? ਤਾਂ ਹੈ ਮਖੌਲੀਆ। ਅਗਲਾ ਪ੍ਰਸ਼ਨ ਹੈ, ਨਕਲਾਂ ਖੇਡਣ ਲਈ ਕਿੰਨੀ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ? 3 ਪ੍ਰਕਾਰ ਦਾ। ਅਗਲਾ ਪ੍ਰਸ਼ਨ ਹੈ, ਨਕਲਾਂ ਵਿਚਲੇ ਮਹੱਤਵਪੂਰਨ ਪਾਤਰਾਂ ਨੂੰ ਕੀ ਕਿਹਾ ਜਾਂਦਾ ਹੈ? ਰੰਗਾ ਤੇ ਬਿਗਲਾ। ਸ਼ਬਦਾਂ ਦਾ ਮਹਿਲ ਕੌਣ ਉਸਾਰਦਾ ਹੈ? ਰੰਗਾ। ਪੰਜਾਬ ਦੀਆਂ ਲੋਕ ਨਕਲਾਂ ਪਾਠ ਦੇ ਆਧਾਰ 'ਤੇ ਦੱਸੋ ਕਿ ਲੋਕ ਨਕਲਾਂ ਨੂੰ ਹੋਰ ਕੀ ਕਹਿੰਦੇ ਹਨ? ਉੱਤਰ ਕੀ ਹੈ? ਭੰਡ ਭੰਡੌਤੀ। ਅਗਲਾ ਪ੍ਰਸ਼ਨ, ਉਹ ਕਿਹੜੀ ਨਕਲ ਹੈ ਜਿਸ ਨੂੰ 2 ਹੀ ਕਲਾਕਾਰ ਖੇਡਦੇ ਹਨ? ਉੱਤਰ ਹੈ ਨਿੱਕੀ ਨਕਲ। ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪਾਤਰ ਰੰਗਾ ਤੇ ਬਿਗਲਾ ਹੁੰਦੇ ਹਨ? ਉੱਤਰ ਹੈ ਲੰਬੀਆਂ ਨਕਲਾਂ। ਅਗਲਾ ਪ੍ਰਸ਼ਨ, ਪੈਸੇ ਮਿਲਣ 'ਤੇ ਨਕਲ ਨੂੰ ਉੱਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਹੇਕ ਵਿੱਚ ਡੈਸ਼ ਕਰਦੇ ਹਨ? ਵੇਲ ਕਰਦੇ ਹਨ। ਅਗਲਾ ਪ੍ਰਸ਼ਨ ਹੈ, ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਮੁੱਖ ਤੌਰ 'ਤੇ ਕਿਹੜੇ ਸਮਿਆਂ ਉੱਤੇ ਖੇਡੀਆਂ ਜਾਂਦੀਆਂ ਹਨ? ਮੁੰਡਾ ਜੰਮਣ ਉੱਤੇ, ਮੁੰਡੇ ਦੇ ਵਿਆਹ 'ਤੇ ਅਤੇ ਮੇਲੇ ਜਾਂ ਤਿਉਹਾਰਾਂ 'ਤੇ। ਨਕਲ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ? ਨਕਲੀਏ। ਪੰਜਾਬ ਦੀਆਂ ਨਕਲਾਂ ਲੇਖ ਦਾ ਲੇਖਕ ਕੌਣ ਹੈ? ਪਿਆਰਾ ਸਿੰਘ ਖੁੰਡਾ। ਵਿਆਹ ਹੋਣ 'ਤੇ ਭੰਡ ਕਿਹੜੇ ਦਿਨ ਤਬਲਾ ਆ ਖੜਕਾਉਂਦੇ ਹਨ? ਵਿਆਹ ਤੋਂ ਅਗਲੇ ਹੀ ਦਿਨ। ਅਗਲਾ ਪ੍ਰਸ਼ਨ, ਆਧੁਨਿਕ ਤਕਨੋਲੋਜੀ ਕਰਕੇ ਮਨੋਰੰਜਨ ਦੇ ਨਵੇਂ ਸਾਧਨ ਵਧਣ ਦੇ ਬਾਵਜੂਦ ਲੋਕ ਨਕਲੀਆਂ ਨੂੰ ਕਿਵੇਂ ਵੇਖਦੇ ਹਨ? ਬਹੁਤ ਹੀ ਦਿਲਚਸਪੀ ਦੇ ਨਾਲ। ਡੈਸ਼ ਸ਼ਬਦਾਂ ਦਾ ਮਹਿਲ ਉਸਾਰਦਾ ਹੈ, ਪਰ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ। ਖਾਲੀ ਥਾਂ ਭਰਨੀ ਇੱਥੇ ਕੀ ਹੈ? ਰੰਗਾ। ਕਦੀ ਕਦੀ ਮੇਲੇ ਤਿਉਹਾਰ ਉੱਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈ ਜਾਂਦੇ ਹਨ? ਇਹਦਾ ਉੱਤਰ ਕੀ ਹੈ? ਪਿੰਡ ਦੇ ਸਰਪੰਚ ਜਾਂ ਆਮ ਲੋਕ। ਅਗਲਾ ਪਾਠ ਹੈ ਸਾਡਾ ਪੰਜਾਬੀ ਸੱਭਿਆਚਾਰਕ ਪਰਿਵਰਤਨ। ਇਸ ਨੂੰ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਜੀ ਨੇ ਲਿਖਿਆ ਹੈਗਾ। ਪਹਿਲਾ ਪ੍ਰਸ਼ਨ ਹੈ, ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਸੀ? ਉੱਤਰ ਹੈ ਪੈਰ ਦੀ ਜੁੱਤੀ। ਸਾਡੇ ਪੰਜਾਬੀ ਸੱਭਿਆਚਾਰ ਦੀ ਤੇ ਕਿਹੜੀ ਚੀਜ਼ ਦਾ ਵੱਡਾ ਧੱਬਾ ਹੈ? ਨਸ਼ਿਆਂ ਦੀ ਵੱਧਦੀ ਹੋਈ ਵਰਤੋਂ ਦਾ। ਅਗਲਾ ਪ੍ਰਸ਼ਨ, ਪਿੰਡਾਂ ਵਿੱਚ ਸਾਉਣ ਮਹੀਨੇ ਡੈਸ਼ ਪੂਰਾ
ਡੈਸ਼ ਲੱਗਣ ਵਾਲੀਆਂ ਜਿਹੜੀਆਂ ਤੀਆਂ ਨੇ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨ ਅਤੇ ਕੁਆਰੀਆਂ ਕੁੜੀਆਂ ਲਈ ਡੈਸ਼ ਸਿੱਖਣ ਦੀ ਵਰਕਸ਼ਾਪ ਸੀ। ਹੁਣ ਖਾਲੀ ਥਾਵਾਂ ਭਰਨੀਆਂ ਨੇ ਤਾਂ ਕੀ ਹੈ ਪੂਰਾ 15 ਹੁੰਦਾ 15 ਦਿਨ ਲੱਗਣ ਵਾਲਾ। ਠੀਕ ਹੈ, ਤਾਂ ਕੁੜੀਆਂ ਲਈ ਕੀ ਸੀਗੀ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ ਇਹ। ਠੀਕ ਹੈ, ਅਗਲਾ ਪ੍ਰਸ਼ਨ ਹੈ ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਦੇ ਆਧਾਰ 'ਤੇ ਦੱਸੋ ਕਿ ਇਸ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ। ਉੱਤਰ ਹੈ ਸੱਭਿਆਚਾਰ। ਅਗਲਾ ਪ੍ਰਸ਼ਨ ਹੈ ਕੁੜੀ ਦੇ ਮੁਕਾਬਲੇ ਮੁੰਡੇ ਨੂੰ ਕਿਸ ਪ੍ਰਬੰਧ ਵਿੱਚ ਤਰਜੀਹ ਦਿੱਤੀ ਜਾਂਦੀ ਸੀ। ਜ਼ਗੀਰਦਾਰੀ ਪ੍ਰਬੰਧ ਵਿੱਚ। ਪੰਜਾਬ ਵਿੱਚ ਰਸਗੁੱਲਾ ਕਿੱਥੋਂ ਆਇਆ ਹੈ, ਬੰਗਾਲ ਤੋਂ। ਪੰਜਾਬ ਵਿੱਚ ਢੋਕਲਾ ਕਿੱਥੋਂ ਆਇਆ ਹੈ, ਗੁਜਰਾਤ ਤੋਂ। ਸਾਨੂੰ ਸੱਭਿਆਚਾਰ ਨੂੰ ਨਵਿਆਉਣ ਲਈ ਕੀ ਵਿਕਸਿਤ ਕਰਨਾ ਚਾਹੀਦਾ ਹੈ, ਆਪਣੀਆਂ ਸਿਹਤਮੰਦ ਪਰੰਪਰਾਵਾਂ ਜੋ ਸਾਡੀਆਂ ਪਹਿਲਾਂ ਚੱਲਦੀਆਂ ਸੀਗੀਆਂ ਉਹਨਾਂ ਨੂੰ ਸਾਨੂੰ ਜਿਹੜਾ ਹੈ ਵਿਕਸਿਤ ਕਰਨਾ। ਅਗਲਾ ਪ੍ਰਸ਼ਨ ਹੈ ਸਾਡਾ ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਦਾ ਲੇਖਕ ਕੌਣ ਹੈ। ਉੱਤਰ ਹੈ ਡਾਕਟਰ ਰਜਿੰਦਰਪਾਲ ਸਿੰਘ ਬਰਾੜ। ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਵਿੱਚ ਵਗਦਾ ਦਰਿਆ ਕਿਸ ਨੂੰ ਕਿਹਾ ਗਿਆ ਹੈ, ਸੱਭਿਆਚਾਰ ਨੂੰ। ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਸੰਚਾਰ ਦੇ ਸਾਧਨਾਂ ਦੀ। ਪਲਾਸਟਿਕ ਦੇ ਲਿਫਾਫਿਆਂ ਤੋਂ ਕਿਵੇਂ ਨਿਜਾਤ ਮਿਲ ਸਕਦੀ ਹੈ, ਨਿਜਾਤ ਮਿਲਣ ਦਾ ਵੀ ਉਹਨਾਂ ਤੋਂ ਅਸੀਂ ਜਿਹੜੀ ਹੈ ਆਜ਼ਾਦੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਝੋਲੇ ਦੀ ਪਰੰਪਰਾ ਮੁੜ ਸੁਰਜੀਤ ਕਰਕੇ। ਸਾਨੂੰ ਆਪਣੇ ਪੰਜਾਬੀ ਸੱਭਿਆਚਾਰ 'ਤੇ ਆਹਵਾਨ ਕਰਨ ਦੀ ਥਾਂ ਕੀ ਕਰਨਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ। ਉਹ ਕਿਹੜੀ ਭਾਸ਼ਾ ਹੈ ਜੋ ਸੱਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ ਹੈ। ਉੱਤਰ ਕੀ ਹੈ, ਅੰਗਰੇਜ਼ੀ ਭਾਸ਼ਾ। ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ। ਬੇਟੇ ਇਸ ਪਾਠ ਦੇ ਇਸ ਕੁਐਸਚਨ ਦੇ 2 ਭਾਗ ਨੇ, ਧਿਆਨ ਨਾਲ ਇਹਦਾ ਆਨਸਰ ਲਿਖਣਾ ਹੈਗਾ। ਭਾਰਤੀ ਪੰਜਾਬ ਦੇ ਵਿੱਚ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ ਪੰਜਾਬੀ, ਅਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਸ਼ਾਹਮੁਖੀ ਦੇ ਵਿੱਚ ਲਿਖੀ ਜਾਂਦੀ ਹੈ। ਅਤੇ ਇਹ ਤਾਂ 8 ਪਾਠਾਂ ਦੇ ਵਸਤੂਨਿਸ਼ਟ ਪ੍ਰਸ਼ਨ ਸੀਗੇ। ਹੁਣ ਆਪਾਂ ਕਵਿਤਾ ਭਾਗ ਦੇ ਪ੍ਰਸ਼ਨ ਉੱਤਰ ਕਰਦੇ ਹੈਗੇ ਹਾਂ। ਪਹਿਲੀ ਕਵਿਤਾ ਹੈ ਸਾਡੀ ਵਗਦੇ ਪਾਣੀ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਲਿਖੀ ਹੋਈ ਹੈ ਇਹ। ਤਾਂ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਦਾ ਨਾਂ ਲਿਖਣਾ ਹੈ ਵਗਦੇ ਪਾਣੀ। ਤਾਂ ਖੜੇ ਪਾਣੀ ਨਾਲ ਕੀ ਵਾਪਰਦਾ ਹੈ, ਇਹ ਬੁੱਸ ਜਾਂਦਾ। ਬੁੱਸਣਾ ਹੁੰਦਾ ਮਤਲਬ ਉਹਦੇ 'ਚੋਂ ਬਦਬੂ ਆਉਂਦੀ ਹੈ। ਡੈਸ਼ ਪ੍ਰਸ਼ਨ ਹੈ ਕਿ ਟੁਰਿਆਂ ਡੈਸ਼ ਹਾਂ, ਖਲੋਇਆਂ ਡੈਸ਼ ਹਾਂ। ਟੁਰਿਆਂ ਵੱਧਦਾ ਹਾਂ, ਖਲੋਇਆਂ ਘਟਦਾ ਹਾਂ। ਅਗਲਾ ਪ੍ਰਸ਼ਨ ਇਸ ਵਿੱਚ ਕਿਹੜਾ ਭਾਵ ਪਰਵਲ ਰੂਪ ਵਿੱਚ ਪ੍ਰਗਟ ਹੋਇਆ ਹੈ, ਗਤੀਸ਼ੀਲ ਜੀਵਨ ਦਾ, ਰੋਮਾਂਚਕ ਜੀਵਨ ਦਾ, ਕੁਦਰਤੀ ਜੀਵਨ ਦਾ, ਨਿੱਜੀ ਜੀਵਨ ਦਾ। ਤਾਂ ਇਹਦੇ 'ਚ ਗੱਲ ਕੀ ਹੈ, ਗਤੀਸ਼ੀਲ ਜੀਵਨ ਦਾ। ਅਗਲੀ ਸਾਡੀ ਕਵਿਤਾ ਹੈ ਤਾਜ ਮਹਿਲ, ਜਿਸ ਨੂੰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖਿਆ ਹੈ। ਪਹਿਲਾ ਪ੍ਰਸ਼ਨ ਹੈ ਕਵੀ ਤਾਜ ਮਹਿਲ ਵੇਖ ਕੇ ਕਿਹੜੇ ਮੁਗਲ ਸਮਰਾਟ ਦੀਆਂ ਸਿਫਤਾਂ ਕਰਦਾ ਹੈ। ਉੱਤਰ ਕੀ ਹੈ, ਸ਼ਾਹਜਹਾਂ ਦੀਆਂ। ਤਾਜ ਮਹਿਲ ਕਵਿਤਾ ਕਿਸ ਦੀ ਰਚਨਾ ਹੈ, ਪ੍ਰੋਫੈਸਰ ਮੋਹਨ ਸਿੰਘ ਦੀ। ਪਾਠਕ੍ਰਮ ਵਿੱਚ ਸ਼ਾਮਲ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਦਾ ਨਾਂ ਲਿਖੋ, ਤਾਜ ਮਹਿਲ। ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਡੈਸ਼, ਘਾਹ ਦੇ ਸੋਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਡੈਸ਼। ਹੁਣ ਖਾਲੀ ਥਾਂ ਭਰਨੀ ਆ। ਤਾਂ ਪਹਿਲਾ ਹੈ ਬਿਰਛਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੂੰਦੇ, ਘਾਹ ਦੇ ਸੋਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਉਂਗੇ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅਨੁਸਾਰ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹੱਥਾਂ ਪੈਰਾਂ ਦੀ ਕਿਸ ਤਰ੍ਹਾਂ ਦੀ ਹਾਲਤ ਸੀ। ਉੱਤਰ ਹੈ ਹੱਥਾਂ ਉੱਤੇ ਛਾਲੇ ਹੀ ਛਾਲੇ ਸੀਗੇ ਅਤੇ ਪੈਰਾਂ ਦੀਆਂ ਵਿਆਹੀਆਂ ਪਾਟੀਆਂ ਹੋਈਆਂ ਸਨ। ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ। ਆਪਸ਼ਨਸ ਹੈਗੀਆਂ ਨੇ ਸ਼ਾਸਕ ਧਿਰ, ਸ਼ੋਸ਼ਿਤ ਧਿਰ, ਸਮਾਜਿਕ ਧਿਰ ਅਤੇ ਸੰਗਾਊ ਧਿਰ। ਤਾਂ ਇਹਦਾ ਆਨਸਰ ਕੀ ਹੈ, ਸ਼ੋਸ਼ਿਤ ਧਿਰ। ਸ਼ੋਸ਼ਿਤ ਧਿਰ ਕਿਹੜੀ ਹੁੰਦੀ ਆ, ਜਿਸ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੋਵੇ। ਅਗਲੀ ਕਵਿਤਾ ਹੈ ਸਾਡੀ ਚੁੰਮ ਚੁੰਮ ਰੱਖੋ, ਜਿਸ ਨੂੰ ਨੰਦ ਲਾਲ ਨੂਰਪੁਰੀ ਨੇ ਲਿਖਿਆ ਹੈਗਾ। ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਨਾਂ ਲਿਖਣਾ ਹੈ ਚੁੰਮ ਚੁੰਮ ਰੱਖੋ। ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਸਨ। ਆਪਸ਼ਨਸ ਹੈਗੀਆਂ ਨੇ ਗੋਰੀਆਂ ਜਾਂ ਤਿੱਖੀਆਂ। ਤਾਂ ਉੱਤਰ ਕੀ ਹੈ, ਗੋਰੀਆਂ। ਘੋੜੀਆਂ ਦੇ ਪੈਰ ਜਦੋਂ ਕੰਨਾਂ ਸੁਣੇ ਡੈਸ਼, ਵੇਖਣੇ ਨੂੰ ਨੈਣ ਆਏ ਬੂਹੇ ਵੱਲ ਡੈਸ਼। ਹੁਣ ਕਾਫ ਸਤਰਾਂ ਪੂਰੀਆਂ ਕਰਨੀਆਂ ਨੇ। ਘੋੜੀਆਂ ਦੇ ਪੈਰ ਜਦੋਂ ਕੰਨਾਂ ਸੁਣੇ ਵੱਜਦੇ, ਵੇਖਣੇ ਨੂੰ ਨੈਣ ਆਏ ਬੂਹੇ ਵੱਲ ਭੱਜਦੇ। ਅਗਲਾ ਪ੍ਰਸ਼ਨ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਿਤਾ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦੀ ਗੱਲ ਕੀਤੀ ਗਈ ਹੈਗੀ। ਉੱਤਰ ਕੀ ਹੈ, ਸਾਹਿਬਜ਼ਾਦਾ ਜੁਝਾਰ ਸਿੰਘ ਦੀ। ਅਗਲਾ ਪ੍ਰਸ਼ਨ ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਉਣਗੇ। ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ। ਉੱਤਰ ਕੀ ਹੈ, ਵੱਡੇ ਸਾਹਿਬਜ਼ਾਦਿਆਂ ਦੀ। ਅਗਲਾ ਪ੍ਰਸ਼ਨ ਚੁੰਮ ਚੁੰਮ ਰੱਖੋ ਕਵਿਤਾ ਕਿਸ ਦੀ ਰਚਨਾ ਹੈ। ਉੱਤਰ ਹੈ ਨੰਦ ਲਾਲ ਨੂਰਪੁਰੀ ਦੀ। ਚੁੰਮ ਚੁੰਮ ਰੱਖੋ ਕਵਿਤਾ ਵਿੱਚ ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ। ਤੁਕ ਅਨੁਸਾਰ ਜੋੜਾ ਕਿਸ ਦੇ ਕੋਲ ਚਲਿਆ ਗਿਆ ਹੋਇਆ। ਹੁਣ ਦਾਦਾ ਉਹਨਾਂ ਦਾ ਜਿਹੜਾ ਹੈ ਸਾਹਿਬਜ਼ਾਦਾ ਦਾਦੇ ਦਾ ਨਾਮ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ 9ਵੀਂ ਪਾਤਸ਼ਾਹ। ਅਗਲਾ ਪ੍ਰਸ਼ਨ ਹੈ ਸਾਡੇ ਅਗਲੀ ਕਵਿਤਾ ਹੈ ਦੋਸਤਾ ਕਵਿਤਾ ਹੈ, ਜਿਸ ਨੂੰ ਪਿਆਰਾ ਸਿੰਘ ਸਹਿਰਾਈ ਜੀ ਨੇ ਲਿਖਿਆ ਹੈਗਾ।
ਤੇ ਪਹਿਲਾ ਪ੍ਰਸ਼ਨ ਹੈ ਇਹਦੇ ਨਾਲ ਸੰਬੰਧਿਤ, ਪਿਆਰਾ ਸਿੰਘ ਸਹਰਾਈ ਜੀ ਦੀ ਕਵਿਤਾ ਦੋਸਤਾਂ ਅਨੁਸਾਰ ਮਨੁੱਖੀ ਹੋਣੀ ਦਾ ਸਤਾਰਾ ਧੌਣ ਚੁੱਕ ਕੇ ਸੈਨਤਾ ਕਰਦਾ ਹੈ। ਉਹ ਕਹਿੰਦਾ ਸਹੀ ਹੈ ਕਿ ਗਲਤ ਹੈ? ਤਾਂ ਇਹਦਾ ਆਪਸ਼ਨ ਕੀ ਹੈ? ਸਹੀ। ਪਿਆਰਾ ਸਿੰਘ ਸਹਰਾਈ ਦੀ ਕਵਿਤਾ ਦੋਸਤਾਂ ਦੀ ਮੂਲ ਸੁਰ ਕਿਹੜੀ ਆ? ਉਪਦੇਸ਼ਾਤਮਕ, ਵਿਆਖਿਆਤਮਕ, ਭਾਵਾਤਮਕ ਜਾਂ ਨਕਾਰਾਤਮਕ? ਤਾਂ ਇਹਦਾ ਆਨਸਰ ਕੀ ਹੈ? ਉਪਦੇਸ਼ਾਤਮਕ। ਕਵਿਤਾ ਦੋਸਤਾਂ ਅਨੁਸਾਰ ਨਵਾਂ ਨਾਚ ਸਰੀਰ ਦੇ ਕਿਸ ਅੰਗ ਵਿੱਚ ਧੜਕਦਾ ਹੈ? ਤਾਂ ਕੀ ਹੈ? ਪੈਰਾਂ ਵਿੱਚ। ਪਿਆਰਾ ਸਿੰਘ ਸਹਰਾਈ ਦੀ ਕਵਿਤਾ ਦਾ ਸਿਰਲੇਖ ਦੱਸਣਾ ਹੈ ਦੋਸਤਾ। ਦੋਸਤਾ ਕਵਿਤਾ ਕਿਸ ਕਵੀ ਦੀ ਰਚਨਾ ਹੈ? ਪਿਆਰਾ ਸਿੰਘ ਸਹਰਾਈ ਜੀ ਦੀ। ਢਾਰਿਆਂ 'ਚੋਂ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਡੈਸ਼ ਦੋਸਤਾ, ਖਾਲੀ ਥਾਂ ਭਰਨੀ ਆ। ਢਾਰਿਆਂ 'ਚੋਂ ਉੱਠ ਹੰਬਲਾ ਮਾਰ ਕੇ ਪਕੜ ਲੈ ਉੱਚਾ ਮੁਨਾਰਾ ਦੋਸਤਾ, ਮੁਨਾਰਾ ਸ਼ਬਦ ਇੱਥੇ ਅਸੀਂ ਭਰਨਾ ਹੈ। ਤਾਂ ਅਗਲੀ ਕਵਿਤਾ ਹੈ ਸਾਡੀ ਵਾਰਸ ਸ਼ਾਹ, ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈਗੀ ਆ। ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਵਾਰਸ ਸ਼ਾਹ ਵਿੱਚ ਕਿਹੜੇ ਪ੍ਰੀਤ ਨਾਇਕ ਨਾਇਕਾ ਦਾ ਜ਼ਿਕਰ ਹੋਇਆ ਹੈ? ਇਹਦਾ ਆਨਸਰ ਕੀ ਹੈ? ਹੀਰ ਰਾਂਝੇ ਦਾ। ਅੱਜ ਬੇਲੇ ਡੈਸ਼ ਵਿਛੀਆਂ ਤੇ ਡੈਸ਼ ਦੀ ਭਰੀ ਚਨਾਬ, ਆਪਾਂ ਖਾਲੀ ਥਾਂ ਪੂਰੀ ਕਰਨੀ ਹੈ। ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਨਾਮ ਲਿਖਣਾ ਹੈ ਵਾਰਸ ਸ਼ਾਹ। ਅਗਲਾ ਪ੍ਰਸ਼ਨ ਹੈ ਵਾਰਸ ਸ਼ਾਹ ਕਵਿਤਾ ਕਿਸ ਦੀ ਰਚਨਾ ਹੈ? ਅੰਮ੍ਰਿਤਾ ਪ੍ਰੀਤਮ ਦੀ। ਅਗਲਾ ਪ੍ਰਸ਼ਨ ਹੈ ਵੇ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਇਸ ਵਿੱਚ ਦਰਦਮੰਦਾਂ ਦੇ ਦਰਦੀਆ ਕਿਸ ਨੂੰ ਆਖਿਆ ਗਿਆ ਹੈ? ਉੱਤਰ ਕੀ ਹੈ? ਵਾਰਸ ਸ਼ਾਹ ਨੂੰ। ਅਗਲੀ ਕਵਿਤਾ ਹੈ ਸਾਡੀ ਮੇਰਾ ਬਚਪਨ, ਹਰਭਜਨ ਸਿੰਘ ਜੀ ਦੀ ਲਿਖੀ ਹੋਈ ਆ। ਪ੍ਰਸ਼ਨ ਹੈ ਮੇਰਾ ਬਚਪਨ ਕਵਿਤਾ ਕਿਸ ਸ਼ਾਇਰ ਦੀ ਰਚਨਾ ਹੈ? ਉੱਤਰ ਹੈ ਹਰਭਜਨ ਸਿੰਘ ਜੀ ਦੀ। ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਰਚੰਤ ਡੈਸ਼ ਮਾਵਾਂ, ਹੁਣ ਕਿਹੜੀਆਂ ਮਾਵਾਂ ਨੇ? ਨਿਕਰਮਣ ਮਾਵਾਂ, ਠੀਕ ਹੈ। ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਨਿਕਰਮਣ ਮਾਵਾਂ, ਇਹ ਕਵਿਤਾ ਦੇ ਅਨੁਸਾਰ ਹੈਗਾ। ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬੱਚੇ ਦਾ ਬਚਪਨ ਰੁਲ ਜਾਂਦਾ ਹੈ? ਉੱਤਰ ਕੀ ਹੈ? ਪਿਤਾ ਦੀ। ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਉਸਦੀ ਮਾਂ ਦੇ ਮਨ ਵਿੱਚ। ਅਗਲਾ ਪ੍ਰਸ਼ਨ ਹੈ ਆਪਣੀ ਪੰਜਾਬੀ ਲਾਜ਼ਮੀ ਦੀ ਪਾਠ ਪੁਸਤਕ ਦੇ ਵਿੱਚ ਦਰਜ ਹਰਭਜਨ ਸਿੰਘ ਦੀ ਕਵਿਤਾ ਦਾ ਸਿਰਲੇਖ ਲਿਖਣਾ ਹੈ। ਮੇਰਾ ਬਚਪਨ। ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ? ਮਾਂ ਪੁੱਤ ਦਾ, ਪਿਓ ਧੀ ਦਾ, ਭੈਣ ਭਰਾ ਦਾ ਜਾਂ ਨੂੰਹ ਪੁੱਤ ਦਾ? ਤਾਂ ਇਹਦੇ ਵਿੱਚ ਆਨਸਰ ਕੀ ਹੈ? ਮਾਂ ਪੁੱਤ। ਅਗਲੀ ਕਵਿਤਾ ਹੈ ਸਾਡੀ ਗੀਤ, ਜਿਸ ਨੂੰ ਸ਼ਿਵ ਕੁਮਾਰ ਬਟਾਲਵੀ ਜੀ ਨੇ ਲਿਖਿਆ ਹੈਗਾ। ਤਾਂ ਇਹਨਾਂ ਦਾ ਪਹਿਲਾ ਪ੍ਰਸ਼ਨ ਹੈ ਸ਼ਿਵ ਕੁਮਾਰ ਬਟਾਲਵੀ ਦੀ ਆਪਣੇ ਪਾਠਕ੍ਰਮ ਵਿੱਚ ਸ਼ਾਮਲ ਕਵਿਤਾ ਦਾ ਨਾਂ ਲਿਖਣਾ ਹੈ। ਉੱਤਰ ਕੀ ਹੈ? ਗੀਤ। ਅਗਲਾ ਪ੍ਰਸ਼ਨ ਹੈ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਜਿਹੜਾ ਗੀਤ ਹੈ ਕਿਸ ਨੂੰ ਸੰਬੋਧਨ ਕਰਦੇ ਹੋਏ ਲਿਖਿਆ ਹੈ? ਭੱਠੀ ਵਾਲੀ ਨੂੰ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਦੀ ਮੂਲ ਸੁਰ ਕਿਹੜੀ ਆ? ਉਦਾਸ ਹੈ, ਚੜ੍ਹਦੀ ਕਲਾ ਵਾਲੀ ਹੈ, ਰੋਮਾਂਟਿਕ ਹੈ ਜਾਂ ਬਾਗੀਆਨਾ ਹੈ? ਤਾਂ ਇਹਦਾ ਉੱਤਰ ਕੀ ਹੈ? ਉਦਾਸ। ਕਵੀ ਭੱਠੀ ਵਾਲੀ ਨੂੰ ਛੇਤੀ ਛੇਤੀ ਕਰਨ ਲਈ ਕਿਉਂ ਕਹਿੰਦਾ ਹੈ? ਸ਼ਿਵ ਕੁਮਾਰ ਦੀ ਰਚਨਾ ਦੇ ਆਧਾਰ 'ਤੇ ਦੱਸੋ। ਕਿਉਂਕਿ ਉਸ ਨੂੰ ਬਹੁਤ ਦੂਰ ਜਾਣਾ ਹੈ। ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਅਨੁਸਾਰ ਹਵਾਵਾਂ ਬਰਲਾਪ ਕਰਕੇ ਸੌਂ ਗਈਆਂ ਹਨ। ਉਹ ਪੁੱਛਦਾ ਹੈ ਵੀ ਠੀਕ ਹੈ ਗਲਤ ਹੈ? ਤਾਂ ਹੈ ਕਿ ਆਪਸ਼ਨ ਠੀਕ ਹੈ। ਮੇਰੀ ਵੈਰੀ ਪੱਠਿਆਂ ਦੀ ਡੈਸ਼ ਦੀ ਪੰਡ ਡੈਸ਼ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਡੈਸ਼ ਹੋ ਗਈ। ਮਤਲਬ ਦੋ ਥਾਂ 'ਤੇ ਆਪਾਂ ਨੇ ਖਾਲੀ ਥਾਂ ਪੂਰੇ ਕਰਨੇ ਨੇ। ਤਾਂ ਕਹਿੰਦਾ ਮੇਰੀ ਵਾਰੀ ਪੱਠਿਆਂ ਦੀ ਪੰਡ ਢਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ। ਅਗਲਾ ਜੋ ਸਾਡੀ ਕਵਿਤਾ ਹੈਗੀ ਆ ਐਵੇਂ ਨਾ ਬੁੱਤਾਂ 'ਤੇ ਡੋਲੀ ਜਾਂ ਪਾਣੀ, ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਆ। ਬਿਰਖਾਂ ਪੀਲੇ ਪੱਤਰ ਡੈਸ਼ ਹੱਥ ਭੇਜੇ, ਸੁਰਜੀਤ ਪਾਤਰ ਜੀ ਦੀ ਉਕਤ ਗਜ਼ਲ ਤੁਕ ਨੂੰ ਖਾਲੀ ਥਾਂ ਭਰ ਕੇ ਪੂਰਾ ਕਰੋ। ਅਤੇ ਬਿਰਖਾਂ ਪੀਲੇ ਪੱਤਰ ਪੌਣਾ ਹੱਥ ਭੇਜੇ, ਪੌਣਾ ਲਿਖਣਾ ਸੀ ਇੱਥੇ, ਠੀਕ ਹੈ। ਅਗਲਾ ਪ੍ਰਸ਼ਨ ਹੈ ਸੁਰਜੀਤ ਪਾਤਰ ਦੀ ਗਜ਼ਲ ਤੁਕ ਲੱਗੀ ਧੁੱਪ ਜੇ ਸ਼ਹਿਰ ਤੇਰੇ ਦੇ ਬਿਰਖਾਂ ਨੂੰ ਪ੍ਰਤੀਕਰਮ ਵਜੋਂ ਪਾਣੀ ਉੱਤਰ ਜਾਵੇਗਾ। ਮੇਰੇ ਸ਼ਹਿਰ ਦਾ, ਮੇਰੀ ਨਹਿਰ ਦਾ, ਮੇਰੇ ਸਮੁੰਦਰ ਦਾ, ਮੇਰੇ ਘਰ ਦਾ। ਤਾਂ ਆਨਸਰ ਕੀ ਹੈ? ਮੇਰੇ ਸ਼ਹਿਰ ਦਾ। ਐਵੇਂ ਨਾ ਬੁੱਤਾਂ 'ਤੇ ਡੋਲੀ ਜਾਂ ਪਾਣੀ ਕਿਸ ਗਜ਼ਲਕਾਰ ਦੀ ਰਚਨਾ ਹੈ? ਉੱਤਰ ਕੀ ਹੈ? ਸੁਰਜੀਤ ਪਾਤਰ ਦੀ। ਅਗਲਾ ਪ੍ਰਸ਼ਨ ਹੈ ਸੁਰਜੀਤ ਪਾਤਰ ਨੇ ਆਪਣੀ ਗਜ਼ਲ ਰਚਨਾ ਵਿੱਚ ਪਾਣੀ ਰੁੱਤਾਂ 'ਤੇ ਜਿਹੜਾ ਹੈ ਬੁੱਤਾਂ 'ਤੇ ਡੋਲਣ ਦੀ ਥਾਂ ਕਿੱਥੇ ਬਰਸਾਉਣ ਦੀ ਨਸੀਹਤ ਦਿੱਤੀ ਹੈ? ਬਿਰਖਾਂ 'ਤੇ। ਐਵੇਂ ਨਾ ਬੁੱਤਾਂ 'ਤੇ ਡੋਲੀ ਜਾਂ ਪਾਣੀ ਵਿੱਚ ਸਰਵਰ ਦਾ ਸੁੱਤਾ ਪਾਣੀ ਕਿਉਂ ਕੰਬਦਾ ਹੈ? ਕਿਸੇ ਦੇ ਬਿਰਖਾਂ ਤੋਂ ਪੱਤੀਆਂ ਤੋੜਨ ਕਰਕੇ, ਭਾਵ ਬਿਰਖਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਜਿਹੜਾ ਪਾਣੀ ਹੈ ਉਹ ਡੋਲਦਾ ਹੈ।
ਅਗਲਾ ਜੋ ਪ੍ਰਸ਼ਨ ਹੈ ਉਹ ਆਪਣਾ ਕਵਿਤਾ ਹੈ ਟੁਕੜੀ ਜੱਗ ਤੋਂ ਨਿਆਰੀ, ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ। ਇਹਦੇ ਵਿੱਚੋਂ ਹੈਗੇ ਨੇ ਪ੍ਰਸ਼ਨ। ਪਹਿਲਾ ਪ੍ਰਸ਼ਨ, ਉਸ ਥਾਂ ਕਸ਼ਮੀਰ ਬਣ ਗਿਆ ਡੈਸ਼ ਜੱਗ ਤੋਂ ਨਿਆਰੀ। ਇਸ ਸਤਰ ਨੂੰ ਪੂਰਾ ਕਰੋ। ਤਾਂ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਟੁਕੜੀ ਜੱਗ ਤੋਂ ਨਿਆਰੀ ਕਵਿਤਾ ਦੇ ਕਵੀ ਦਾ ਨਾਮ ਦੱਸਣਾ ਹੈ ਭਾਈ ਵੀਰ ਸਿੰਘ। ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਨਾਮ ਲਿਖੋ। ਉੱਤਰ ਕੀ ਹੈ? ਟੁਕੜੀ ਜੱਗ ਤੋਂ ਨਿਆਰੀ। ਇਸ ਕਵਿਤਾ ਵਿੱਚ ਖੁਸ਼ੀਆਂ ਨੇ ਕਿਸ ਨੂੰ ਸ਼ਹਿਵਰ ਲਾਈ ਹੈ? ਧਰਤੀ ਨੂੰ ਜਾਂ ਕਸ਼ਮੀਰ ਨੂੰ? ਉੱਤਰ ਕੀ ਹੈ? ਕਸ਼ਮੀਰ ਨੂੰ। ਇਸ ਕਵਿਤਾ ਵਿੱਚ ਚਸ਼ਮੇ, ਨਾਲੇ, ਨਦੀਆਂ ਅਤੇ ਝੀਲਾਂ ਕਿਸ ਤਰ੍ਹਾਂ ਜਾਪ ਰਹੇ ਹਨ? ਨਿੱਕੇ ਸਮੁੰਦਰਾਂ ਵਾਂਗ। ਇਸ ਕਵਿਤਾ ਅਨੁਸਾਰ ਮੁੱਠੀ ਵਿੱਚ ਕੀ ਆਇਆ? ਸਾਰੇ ਅਰਸ਼ੀ ਨਜ਼ਾਰੇ। ਅਗਲੀ ਕਵਿਤਾ ਹੈ ਸਾਡੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਤਾਂ ਇਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਹੈਗਾ। ਪਹਿਲਾ ਪ੍ਰਸ਼ਨ ਹੈ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਨਾਂ ਦੀ ਕਵਿਤਾ ਦੇ ਕਵੀ ਦਾ ਨਾਮ ਦੱਸੋ। ਉੱਤਰ ਕੀ ਹੈ? ਪ੍ਰੋਫੈਸਰ ਪੂਰਨ ਸਿੰਘ। ਤੁਹਾਡੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦਾ ਨਾਮ ਲਿਖੋ। ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਤਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਕਵੀ ਭਾਈਚਾਰੇ ਬਾਰੇ ਕਿਸ ਤੋਂ ਪੁੱਛਦਾ ਹੈ? ਪੜ੍ਹੇ ਲਿਖੇ ਨੌਜਵਾਨ ਤੋਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਅਨੁਸਾਰ ਪੁਰਾਣੇ ਸਮਿਆਂ ਵਿੱਚ ਲੋਕ ਸੁੱਚਾ ਅਤੇ ਸੁਥਰਾ ਵਪਾਰ ਕਰਦੇ ਸਨ। ਇਹ ਲਾਈਨ ਠੀਕ ਹੈ ਕਿ ਗਲਤ ਹੈ? ਤਾਂ ਕੀ ਹੈ? ਠੀਕ ਹੈ। ਅਗਲੀਆਂ ਲਾਈਨਾਂ, ਅਗਲੇ ਦੇ ਵਿੱਚ ਪ੍ਰਸ਼ਨ ਦੇ ਵਿੱਚ ਕੀ ਹੈ? ਆਪਾਂ ਖਾਲੀ ਥਾਵਾਂ ਭਰਨੀਆਂ ਨੇ। ਉਹ ਹੁਣ ਪੁਰਾਣੇ ਵਿਆਹਾਂ ਦੇ ਡੈਸ਼ ਨਹੀਂ, ਡੈਸ਼ ਨਹੀਂ। ਹੁਣ ਇੱਥੇ ਕੀ ਹੈ? ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਦੇ ਆਧਾਰ 'ਤੇ ਪੂਰਾ ਕਰਨੀਆਂ ਨੇ ਲਾਈਨਾਂ ਇਹ। ਤਾਂ ਕੀ ਹੈ? ਉਹ ਹੁਣ ਪੁਰਾਣੇ ਵਿਆਹਾਂ ਦੇ ਰੰਗ ਨਹੀਂ, ਢੰਗ ਨਹੀਂ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਭਰਪੂਰ ਚਿੱਤਰਨ ਹੋਇਆ ਹੈ ਕਾਹਦਾ? ਪੰਜਾਬੀ ਸੱਭਿਆਚਾਰ ਦਾ, ਭਾਰਤੀ ਸੱਭਿਆਚਾਰ ਦਾ, ਦੇਸੀ ਸੱਭਿਆਚਾਰ ਦਾ ਜਾਂ ਵਿਦੇਸ਼ੀ ਸੱਭਿਆਚਾਰ ਦਾ। ਆਨਸਰ ਕੀ ਹੈ? ਪੰਜਾਬੀ ਸੱਭਿਆਚਾਰ ਦਾ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ 'ਚ ਕਵੀ ਮਨੁੱਖ ਦੀ ਪੂਜਾ